हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਦੇ ਵਿੱਚ। ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਇੰਪੋਰਟੈਂਟ ਪ੍ਰਸ਼ਨ ਜਿਹੜੇ ਸਾਡੇ ਪੰਚਾਇਤੀ ਰਾਜ ਸਿਸਟਮ ਦੇ ਨਾਲ ਰਿਲੇਟਡ ਬਣ ਸਕਦੇ ਨੇ। ਉਹ ਸਾਰੇ ਇੰਪੋਰਟੈਂਟ ਪ੍ਰਸ਼ਨ ਤੁਹਾਡੇ ਨਾਲ ਮੈਂ ਇਸ ਵੀਡੀਓ ਦੇ ਵਿੱਚ ਕਵਰ ਕਰੂੰਗਾ। ਇਹ ਵੀਡੀਓ ਮੇਰੇ ਦੁਆਰਾ ਬਣਾਈ ਗਈ ਹੈ। ਮੇਰੇ ਚੈਨਲ ਦਾ ਨਾਮ ਹੈ ਅਸਲੀ ਪੰਜਾਬੀ ਓਫੀਸ਼ੀਅਲ ਕਲੱਬ, ਅਸਲੀ ਪੰਜਾਬੀ ਓਫੀਸ਼ੀਅਲ। ਤਾਂ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਰ ਲਓ, ਕਿਉਂਕਿ ਅਸੀਂ ਤੁਹਾਨੂੰ ਹਰ ਇੱਕ ਟੌਪਿਕ ਹੈ ਜਿਹੜਾ ਸਾਡਾ ਲੈਕਚਰਾਰ ਦਾ ਪੇਪਰ ਜਿਹੜਾ ਸਾਡਾ ਪੰਜਾਬ ਲੈਵਲ ਦਾ ਮਾਰਚ ਦੇ ਵਿੱਚ ਹੋਣ ਵਾਲਾ ਹੈਗਾ, ਉਸ ਦੇ ਨਾਲ ਰਿਲੇਟਡ ਖਾਸ ਕਰਕੇ ਪੋਲੀਟੀਕਲ ਸਾਇੰਸ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਹਰ ਇੱਕ ਜਿਹੜਾ ਕੁਐਸਚਨ ਹੈ ਉਹ ਕਵਰ ਕਰਵਾਊਂਗਾ। ਤਾਂ ਦੇਖੋ ਮੈਂ ਖੁਦ ਆਪ ਵੀ ਤਿਆਰੀ ਕਰਦਾ ਹਾਂ ਅਤੇ ਨਾਲ ਮੈਂ ਹਰ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰੂੰਗਾ ਜਿੱਦਾਂ ਦਾ ਮੇਰਾ ਐਕਸਪੀਰੀਅੰਸ ਹੋਊਗਾ। ਅਤੇ ਬਣੇ ਰਹੋ ਮੇਰੇ ਚੈਨਲ ਦੇ ਨਾਲ ਅਤੇ ਨਾਲ ਹੀ ਕਰ ਦਿਓ ਵੀਡੀਓ ਨੂੰ ਲਾਈਕ। ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਹਾਂਜੀ ਦੋਸਤੋ, ਸਭ ਤੋਂ ਪਹਿਲਾ ਪ੍ਰਸ਼ਨ ਹੈ ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਵਿੱਚ ਪੰਚਾਇਤੀ ਰਾਜ ਦੇ ਨਾਲ ਰਿਲੇਟਡ ਹੈ। ਯਾਨੀ ਕਿ ਜਿਹੜੀ ਭਾਰਤੀ ਸੰਵਿਧਾਨ ਦੇ ਵਿੱਚ ਕਿਹੜੀ ਧਾਰਾ ਹੈਗੀ ਜਿਹੜੀ ਉਹ ਪੰਚਾਇਤੀ ਰਾਜ ਦੇ ਨਾਲ ਰਿਲੇਟਡ ਹੈ। ਵੈਸੇ ਤਾਂ ਜੇ ਦੇਖਿਆ ਜਾਵੇ, ਜੇਕਰ ਅਸੀਂ ਗੱਲ ਕਰੀਏ 243 ਤੋਂ ਲੈ ਕੇ 243 ਉਹ ਤੱਕ ਜਿਹੜਾ ਸਾਡਾ ਪੰਚਾਇਤੀ ਰਾਜ ਸਿਸਟਮ ਦੇ ਬਾਰੇ ਸਾਰਾ ਸਿਸਟਮ ਸਾਨੂੰ ਪਤਾ ਹੈਗਾ, ਦਿੱਤਾ ਹੋਏਗਾ ਭਾਗ 9 ਦੇ ਵਿੱਚ ਹੈ ਸੰਵਿਧਾਨ ਦੇ ਵਿੱਚ। ਪਰ ਆਰਟੀਕਲ 40 ਹੈ ਜਿਹੜਾ ਧਾਰਾ 40 ਹੈ ਜਿਹੜੀ ਉਹ ਪੰਚਾਇਤੀ ਰਾਜ ਦੀ ਗੱਲ ਕਰਦੀ ਹੈ, ਜਿਹੜੀ ਕਿ ਗਾਂਧੀ ਫਿਲੋਸਫੀ ਦੇ ਨਾਲ ਰਿਲੇਟਡ ਹੈ। ਤਾਂ ਇਹ ਜਿਹੜੀ ਧਾਰਾ 40 ਹੈ ਇਹ ਸਾਡੇ ਡੀ ਪੀ ਐਸ ਪੀ ਹੈ ਜਿਹੜਾ ਸਾਡਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀਜ਼, ਯਾਨੀ ਕਿ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ, ਇਹਨਾਂ ਨਾਲ ਰਿਲੇਟਡ ਹੈ ਸਾਡੀ ਆਰਟੀਕਲ 40। ਤਾਂ ਇਹਦੇ ਵਿੱਚ ਗੱਲ ਕੀਤੀ ਗਈ ਹੈਗੀ ਕਿ ਜਿਹੜਾ ਰਾਜ ਹੈ ਉਹ ਪੰਚਾਇਤਾਂ ਦਾ ਗਠਨ ਕਰੇਗਾ। ਤਾਂ ਦੋਸਤੋ ਇਹ ਸਾਡੀ ਜਿਹੜੀ ਧਾਰਾ ਹੈਗੀ ਆਰਟੀਕਲ 40 ਹੈ, ਜਿਹਦੇ ਵਿੱਚ ਪੰਚਾਇਤੀ ਰਾਜ ਦੇ ਗਠਨ ਦੀ ਗੱਲ ਕੀਤੀ ਗਈ ਹੈ। ਹੁਣ ਸਾਡੇ ਸੰਵਿਧਾਨ ਦੇ ਵਿੱਚ ਭਾਗ ਜਿਹੜਾ 9 ਹੈਗਾ ਉਸ ਦੇ ਵਿੱਚ ਆਰਟੀਕਲ 243 ਤੋਂ ਲੈ ਕੇ 243 ਉਹ ਤੱਕ ਜਿਹੜੀ ਵਿਵਸਥਾ ਕੀਤੀ ਗਈ ਹੈਗੀ। ਪੂਰੇ 16 ਅਨੁਛੇਦ ਬਣਦੇ ਨੇ, ਗਿਣ ਲਓ ਤੁਸੀਂ। ਜੇ ਦੇਖਿਆ ਜਾਵੇ ABCDEFGHIJKLMNO, ਤਾਂ ਦੇਖ ਲਓ ਤੁਸੀਂ ਗਿਣ ਕੇ ਦੇਖ ਲਿਓ ਆਪਣੇ ਕਿੰਨੇ ਅਨੁਛੇਦ ਬਣਦੇ ਨੇ, 16 ਅਨੁਛੇਦ ਬਣਦੇ ਨੇ। ਖੁਦ 243 ਵੀ ਹੈ ਜਿਹੜਾ ਇਹਦੇ ਵਿੱਚ ਸ਼ਾਮਲ ਹੁੰਦਾ ਹੈਗਾ। ਦੂਸਰਾ ਪ੍ਰਸ਼ਨ ਹੈ ਦੋਸਤੋ, ਸਮੂਹਿਕ ਵਿਕਾਸ ਯੋਜਨਾ ਕਦੋਂ ਲਾਗੂ ਕੀਤੀ ਗਈ। ਤਾਂ ਦੇਖੋ ਜੀ, ਹੁਣ ਜਦੋਂ ਆਰਟੀਕਲ 40 ਹੈ ਜਿਹੜਾ ਉਹ ਪੰਚਾਇਤੀ ਰਾਜ ਜਿਹੜਾ ਸਿਸਟਮ ਹੈ ਉਹਦੇ ਗਠਨ ਦੀ ਗੱਲ ਕਰਦਾ ਹੈਗਾ, ਤਾਂ ਇਹਨੂੰ ਨੇਪਰੇ ਚਾੜ੍ਹਨ ਦੇ ਲਈ ਇੱਕ ਪ੍ਰੋਗਰਾਮ ਚੱਲਿਆ ਸੀਗਾ, ਸਮੂਹਿਕ ਵਿਕਾਸ ਪ੍ਰੋਗਰਾਮ। ਤਾਂ ਦੋਸਤੋ ਜਿਹੜਾ ਇਹ ਸਮੂਹਿਕ ਵਿਕਾਸ ਪ੍ਰੋਗਰਾਮ ਹੈ ਜਿਹੜਾ ਇਹ ਪੂਰੀ ਤਰ੍ਹਾਂ ਸਫਲ ਨਹੀਂ ਹੋਇਆ। ਤਾਂ ਇਹ ਜਿਹੜਾ ਪ੍ਰੋਗਰਾਮ ਹੈ ਕਦੋਂ ਚੱਲਿਆ ਸੀਗਾ, ਇਹ ਚੱਲਿਆ ਸੀ 2 ਅਕਤੂਬਰ 1955 ਨੂੰ। 55 ਬਲਾਕ ਸੀ ਸਾਡੇ ਇੰਡੀਆ ਦੇ, 55 ਬਲਾਕਾਂ ਦੇ ਵਿੱਚ ਇਹ ਜਿਹੜਾ ਸਿਸਟਮ ਹੈ ਜਿਹੜਾ ਪ੍ਰੋਗਰਾਮ ਹੈ ਉਹ ਚਲਾਇਆ ਗਿਆ ਸੀਗਾ। ਸਮੂਹਿਕ ਵਿਕਾਸ ਪ੍ਰੋਗਰਾਮ ਹੈ ਜਿਹੜਾ ਸਾਡੇ 55 ਬਲਾਕ ਨੇ ਜਿਹੜੇ ਸਾਡੇ ਉਹਨਾਂ ਦੇ ਵਿੱਚ ਚਲਾਇਆ ਗਿਆ ਸੀ। ਤਾਂ ਦੋਸਤੋ ਇੰਪੋਰਟੈਂਟ ਪ੍ਰਸ਼ਨ ਹੈਗਾ, ਸਮੂਹਿਕ ਵਿਕਾਸ ਪ੍ਰੋਗਰਾਮ ਹੈ ਜਿਹੜਾ ਉਹ ਕਦੋਂ ਚੱਲਿਆ, 2 ਅਕਤੂਬਰ 1952 ਨੂੰ ਚੱਲਿਆ ਸੀ। ਪੂਰੀ ਤਰ੍ਹਾਂ ਸਫਲ ਨਹੀਂ ਹੋਇਆ। ਇਹ ਸਫਲ ਜਦੋਂ ਨਹੀਂ ਹੋਇਆ ਤਾਂ ਇਸ ਦੇ ਲਈ ਇੱਕ ਕਮੇਟੀ ਬਣਾਈ ਗਈ। ਉਸ ਕਮੇਟੀ ਦਾ ਨਾਮ ਸੀਗਾ ਬਲਵੰਤ ਰਾਏ ਮਹਿਤਾ ਕਮੇਟੀ। ਤਾਂ ਇਹ ਕਮੇਟੀ ਕਦੋਂ ਬਣਾਈ ਗਈ, ਬਲਵੰਤ ਰਾਏ ਮਹਿਤਾ ਕਮੇਟੀ ਕਦੋਂ ਬਣਾਈ ਗਈ, 1957 ਦੇ ਵਿੱਚ ਬਣਾਈ ਗਈ ਸੀ। 1957 ਦੇ ਵਿੱਚ ਬਲਵੰਤ ਰਾਏ ਮਹਿਤਾ ਕਮੇਟੀ ਬਣਾਈ ਗਈ ਸੀ। ਦੇਖੋ ਮੈਂ ਤੁਹਾਨੂੰ ਹਰ ਇੱਕ ਚੀਜ਼ ਡੈਫੀਨੇਟ ਕਰ ਰਿਹਾ ਗਾ। ਸਭ ਤੋਂ ਪਹਿਲਾਂ ਕਿਹੜੀ ਧਾਰਾ ਦੇ ਵਿੱਚ ਗਠਨ ਦੀ ਗੱਲ ਕੀਤੀ ਗਈ ਹੈਗੀ, ਯਾਨੀ ਕਿ ਗਠਨ ਦੀ ਗੱਲ ਕੀਤੀ ਗਈ ਹੈ ਜਿਹੜੀ ਉਹ ਕੀਤੀ ਗਈ ਹੈ ਆਰਟੀਕਲ 40 ਦੇ ਵਿੱਚ, ਗਾਂਧੀ ਫਿਲੋਸਫੀ ਦੇ ਨਾਲ ਰਿਲੇਟਡ ਹੈਗਾ। ਸਮੂਹਿਕ ਵਿਕਾਸ ਪ੍ਰੋਗਰਾਮ ਕਦੋਂ ਚੱਲਿਆ, 2 ਅਕਤੂਬਰ 1952 ਦੇ ਵਿੱਚ। ਇਹ ਜਿਹੜਾ ਹੈਗਾ ਫੇਲ ਹੋ ਗਿਆ ਸੀ ਪ੍ਰੋਗਰਾਮ, ਪੂਰੀ ਤਰ੍ਹਾਂ ਸਫਲ ਨਹੀਂ ਹੋਇਆ। ਇਹਦੀ ਜਾਂਚ ਦੇ ਲਈ ਕਮੇਟੀ ਬਣੀ ਬਲਵੰਤ ਰਾਏ ਮਹਿਤਾ ਕਮੇਟੀ 1957 ਦੇ ਵਿੱਚ। ਤਾਂ ਇਹ ਕਮੇਟੀ ਨੇ ਕੀ ਕੀਤਾ, ਇਸ ਨੇ ਯਾਨੀ ਕਿ ਜਿਹੜੀ ਪਾਵਰ ਹੈ ਉਸਦੀ ਡੈਮੋਕ੍ਰੇਸੀ ਦੀ ਜੇ ਗੱਲ ਕਰੀਏ ਆਪਾਂ, ਡੈਮੋਕ੍ਰੇਸੀ ਹੁੰਦੀ ਜਿਹੜੀ ਸਾਡੀ ਲੋਕਤੰਤਰ ਦੇ ਵਿਕੇਂਦਰੀਕਰਨ ਦੀ ਗੱਲ ਕੀਤੀ ਸੀ ਇਸ ਕਮੇਟੀ ਨੇ ਕੀ ਕੀਤਾ, ਲੋਕਤੰਤਰ ਵਿਕੇਂਦਰੀਕਰਨ ਦੀ ਗੱਲ ਕੀਤੀ। ਲੋਕਤੰਤਰ ਵਿਕੇਂਦਰੀਕਰਨ ਦਾ ਮਤਲਬ ਕੀ ਹੈ, ਯਾਨੀ ਕਿ ਡੈਮੋਕ੍ਰੇਸੀ ਸੈਂਟਰਲਾਈਜੇਸ਼ਨ ਦੀ ਥਾਂ 'ਤੇ ਡੀਸੈਂਟਰਲਾਈਜੇਸ਼ਨ ਦੀ ਗੱਲ ਕੀਤੀ ਸੀ ਇਸਨੇ ਕਿਹਾ ਵੀ ਜਿਹੜੀ ਸ਼ਕਤੀ ਹੈਗੀ ਉਹ ਲੋਕਲ ਬਾਡੀਜ਼ ਨੂੰ ਵੀ ਦਿਓ, ਯਾਨੀ ਕਿ ਪੰਚਾਇਤਾਂ ਨੂੰ ਸੰਵਿਧਾਨਿਕ ਦਰਜਾ ਦੇ ਦਿਓ। ਇਸ ਨੇ ਗੱਲ ਕੀਤੀ ਸੀਗੀ ਕਿ ਜਿਹੜੀਆਂ ਸਾਡੀਆਂ ਪੰਚਾਇਤਾਂ ਨੇ ਉਸ ਨੂੰ ਸੰਵਿਧਾਨਿਕ ਦਰਜਾ ਦੇ ਦਿਓ। ਬਲਵੰਤ ਰਾਏ ਮਹਿਤਾ ਕਮੇਟੀ ਨੇ ਜਿਹੜੀ 1957 ਦੇ ਵਿੱਚ ਬਣੀ ਸੀ। ਹੁਣ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਦੀ ਸਥਾਪਨਾ ਕਿਸ ਰਾਜ ਦੇ ਵਿੱਚ ਕੀਤੀ ਗਈ, ਤਾਂ ਦੋਸਤੋ ਰਾਜਸਥਾਨ ਦੇ ਵਿੱਚ ਕੀਤੀ ਗਈ ਸੀਗੀ। ਕਦੋਂ ਕੀਤੀ ਗਈ ਸੀ, 2 ਅਕਤੂਬਰ 1959 ਦੇ ਵਿੱਚ। ਇਹ ਜੇ ਸਭ ਤੋਂ ਪਹਿਲੀ ਵਾਰ ਜਿਹੜਾ ਪੰਚਾਇਤੀ ਰਾਜ ਸਿਸਟਮ ਹੈ ਲਾਗੂ ਕਰਕੇ ਦੇਖਿਆ ਗਿਆ। ਹਜੇ ਤੱਕ ਸੰਵਿਧਾਨਿਕ ਦਰਜਾ ਨਹੀਂ ਮਿਲਿਆ। ਬਲਵੰਤ ਰਾਏ ਕਮੇਟੀ ਨੇ ਕਹਿਤਾ ਵੀ ਸੰਵਿਧਾਨਿਕ ਦਰਜਾ ਦੇ ਦਿਓ, ਪਰ ਹਜੇ ਤੱਕ ਸੰਵਿਧਾਨਿਕ ਦਰਜਾ ਨਹੀਂ ਮਿਲਿਆ। ਸਭ ਤੋਂ ਪਹਿਲੀ ਵਾਰ ਰਾਜਸਥਾਨ ਦੇ ਵਿੱਚ
ਨਾਗੌਰ ਜ਼ਿਲ੍ਹਾ ਸੀ, ਦੇਖੋ ਜੀ ਰਾਜਸਥਾਨ ਦਾ ਜ਼ਿਲ੍ਹਾ ਸੀਗਾ ਨਾਗੌਰ। ਨਾਗੌਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਸੀ ਬਗਦਰੀ, ਸਾਰੀ ਚੀਜ਼ ਮੈਂ ਤੁਹਾਨੂੰ ਦੱਸ ਰਿਹਾਗਾ। ਦੇਖੋ ਇੱਕ ਪਿੰਡ ਸੀ ਬਗਦਰੀ, ਨਾਗੌਰ ਜ਼ਿਲ੍ਹਾ। ਦੇਖੋ ਦੁਬਾਰਾ ਲਿਖ ਲੈਂਦੇ ਆਪਾਂ, ਨਾਗੌਰ ਜ਼ਿਲ੍ਹਾ ਸੀਗਾ ਜਿਹੜਾ ਸਾਡਾ ਰਾਜਸਥਾਨ ਦੇ ਵਿੱਚ। ਪਿੰਡ ਦਾ ਨਾਮ ਕੀ ਸੀਗਾ? ਬਗਦਰੀ। ਪਿੰਡ ਦਾ ਨਾਮ ਕੀ ਸੀਗਾ? ਬਗਦਰੀ। ਉੱਥੇ 2 ਅਕਤੂਬਰ 1959 ਨੂੰ ਜਿਹੜਾ ਇਹ ਸਭ ਤੋਂ ਪਹਿਲੀ ਵਾਰ ਪੰਚਾਇਤੀ ਰਾਜ ਸਿਸਟਮ ਹੈ ਜਿਹੜਾ ਲਾਗੂ ਕਰਕੇ ਦੇਖਿਆ ਗਿਆ ਸੀ। ਪਰ ਹਜੇ ਤੱਕ ਦੇਖੋ ਜਿਹੜਾ ਇਹ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਇਆ। ਇਹਨਾਂ ਨੇ ਲਾਗੂ ਕਰਤਾ ਪਰ ਕਾਮਯਾਬ ਨਹੀਂ ਹੋਇਆ। ਕਾਮਯਾਬ ਕਿਉਂ ਨਹੀਂ ਹੋਇਆ? ਕਿਉਂਕਿ ਹਜੇ ਤੱਕ ਪੰਚਾਇਤਾਂ ਨੂੰ ਜਿਹੜਾ ਹੈਗਾ ਸੰਵਿਧਾਨਿਕ ਦਰਜਾ ਨਹੀਂ ਮਿਲਿਆ ਸੀ। ਤਾਂ ਹੁਣ ਅਗਲਾ ਜਿਹੜੀ ਹੁਣ ਕਮੇਟੀ ਬਣੀ ਸੀ ਬਲਵੰਤ ਰਾਏ ਮਹਿਤਾ ਕਮੇਟੀ, ਇਹਨੇ ਕਿੰਨੇ ਪੱਧਰੀ ਪੰਚਾਇਤੀ ਸਿਸਟਮ ਦੀ ਗੱਲ ਕੀਤੀ? 3 ਪੱਧਰੀ ਪੰਚਾਇਤੀ ਰਾਜ ਸਿਸਟਮ ਦੀ ਗੱਲ ਕੀਤੀ। ਤਾਂ ਦੇਖੋ ਜੀ ਪਿੰਡ ਪੱਧਰ 'ਤੇ ਇੱਕ ਪਿੰਡ ਹੋ ਗਿਆ, ਇੱਕ ਹੋ ਗਿਆ ਬਲਾਕ ਪੱਧਰ 'ਤੇ, ਇੱਕ ਹੋ ਗਿਆ ਸਾਡਾ ਜ਼ਿਲ੍ਹਾ ਪੱਧਰ 'ਤੇ। ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈਗਾ ਪਿੰਡ ਪੱਧਰ 'ਤੇ ਪੰਚਾਇਤ ਹੋ ਗਈ, ਇੱਥੇ ਬਲਾਕ ਸੰਮਤੀ ਹੋ ਗਈ, ਜ਼ਿਲ੍ਹਾ ਪ੍ਰੀਸ਼ਦ ਹੋ ਗਈ। ਤਾਂ ਇਸ ਤਰੀਕੇ ਨਾਲ 3 ਪੱਧਰ 'ਤੇ ਇਹਨਾਂ ਨੇ ਪੰਚਾਇਤੀ ਰਾਜ ਸਿਸਟਮ ਦੀ ਗੱਲ ਕੀਤੀ ਸੀ। ਤਾਂ ਹੁਣ ਸੰਵਿਧਾਨ ਜਿਹੜੀ ਸਾਡੀ 73rd ਅਮੈਂਡਮੈਂਟ ਹੈ ਇਹ ਕਦੋਂ ਲਾਗੂ ਕੀਤੀ ਗਈ? ਤਾਂ ਦੇਖੋ ਜੀ ਜਿਹੜੀ 73rd ਅਮੈਂਡਮੈਂਟ ਹੈ ਇਹ ਪੂਰੀ ਤਰ੍ਹਾਂ 24 ਅਪ੍ਰੈਲ 1993 ਨੂੰ ਲਾਗੂ ਕੀਤੀ ਗਈ। ਤਾਂ ਦੇਖੋ ਸੈਂਟਰ ਪੱਧਰ 'ਤੇ ਜਿਹੜੀ 24 ਅਪ੍ਰੈਲ 1993 ਨੂੰ ਜਿਹੜਾ ਸਾਡਾ ਇਹ ਪੰਚਾਇਤੀ ਰਾਜ ਸਿਸਟਮ ਹੈ ਯਾਨੀ ਕਿ 73rd ਅਮੈਂਡਮੈਂਟ ਹੈ ਉਸ ਨੂੰ ਲਾਗੂ ਕੀਤਾ ਗਿਆ ਸੀ। 29 ਵਿਸ਼ੇ ਨੇ ਦੇਖੋ ਜੀ ਸਾਡੇ, ਜੇ ਦੇਖਿਆ ਜਾਵੇ ਪੰਚਾਇਤੀ ਰਾਜ ਦੇ ਵਿੱਚ ਕਿੰਨੇ ਵਿਸ਼ੇ ਨੇ? 29 ਵਿਸ਼ੇ ਨੇਗੇ ਸਾਡੇ। ਕਿੰਨੇ ਅਧਿਆਇ? 29 ਵਿਸ਼ੇ ਨੇ। ਕਿੰਨੇ ਆਰਟੀਕਲ ਇਹਦੇ ਨਾਲ ਰਿਲੇਟਡ ਨੇ? 16 ਆਰਟੀਕਲ ਨੇਗੇ। ਤਾਂ 73ਵੀਂ ਸੋਧ ਦੇ ਰਾਹੀਂ ਕਿਹੜਾ ਭਾਗ ਜੋੜਿਆ ਗਿਆ ਸੀਗਾ? 9ਵਾਂ ਭਾਗ ਜੋੜਿਆ ਗਿਆ ਸੀਗਾ ਸੰਵਿਧਾਨ ਦੇ ਵਿੱਚ। ਕਿੰਨੇ ਆਰਟੀਕਲ ਜੋੜੇ ਗਏ? 16 ਆਰਟੀਕਲ ਜੋੜੇ ਗਏ ਸੀ। ਇੰਪੋਰਟੈਂਟ ਗੱਲਾਂ ਨੇ ਜਿਹੜੀਆਂ ਇਹ ਪੁੱਛੀਆਂ ਜਾਂਦੀਆਂ ਨੇ। ਕਿੰਨੇ ਤੋਂ ਕਿੰਨੇ ਆਰਟੀਕਲ ਤੱਕ? ਆਰਟੀਕਲ 243 ਤੋਂ ਲੈ ਕੇ 243 ਉਹ ਤੱਕ। ਦੇਖੋ ਜੀ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ 15 ਮਿਲਦੇ ਨੇ ਪਰ ਅਸਲ ਦੇ ਵਿੱਚ 16 ਨੇਗੇ। 16 ਆਰਟੀਕਲ ਜਿਹੜੇ ਜੋੜੇ ਗਏ ਸੀਗੇ। ਤਾਂ ਦੇਖੋ ਜੀ 73ਵੀਂ ਸੋਧ ਕਦੋਂ ਲਾਗੂ ਕੀਤੀ ਗਈ? 24 ਅਪ੍ਰੈਲ 1993 ਨੂੰ। ਤਾਂ ਆਪਾਂ 24 ਅਪ੍ਰੈਲ ਨੂੰ ਮਨਾਉਂਦੇ ਆ ਪੰਚਾਇਤ ਦਿਵਸ। ਪੰਚਾਇਤ ਦਿਵਸ ਕਦੋਂ ਮਨਾਉਂਦੇ ਆ ਆਪਾਂ? 24 ਅਪ੍ਰੈਲ ਨੂੰ। ਤਾਂ 24 ਅਪ੍ਰੈਲ 1993 ਨੂੰ ਜਿਹੜੀ ਸਾਡੀ 73ਵੀਂ ਸੋਧ ਲਾਗੂ ਕੀਤੀ ਗਈ। ਤਾਂ ਇਹਦੇ ਨਾਲ ਕੀ ਹੋਇਆ? ਜਿਹੜੀ ਸਾਡਾ ਪੰਚਾਇਤੀ ਸਿਸਟਮ ਹੈ ਉਹਨੂੰ ਪੂਰੀ ਤਰ੍ਹਾਂ ਸੰਵਿਧਾਨਿਕ ਦਰਜਾ ਮਿਲ ਗਿਆ। 73ਵੀਂ ਸੋਧ ਜਿਹੜੀ ਕਿਸ ਪ੍ਰਧਾਨ ਮੰਤਰੀ ਸਮੇਂ ਲਾਗੂ ਕੀਤੀ ਗਈ? PV ਨਰਸਿਮਹਾ ਰਾਓ। ਤਾਂ ਦੇਖੋ ਜੀ ਇਸ ਤੋਂ ਪਹਿਲਾਂ ਜਿਹੜੇ ਸਾਡੇ ਰਾਜੀਵ ਗਾਂਧੀ ਸੀ ਉਹਨਾਂ ਨੇ ਵੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਦੀ ਸਰਕਾਰ ਟੁੱਟ ਗਈ, ਜਿਹਦੇ ਕਰਕੇ ਸੋਧ ਹੈ ਜਿਹੜੀ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕੀ। ਕਿਉਂਕਿ ਜਦੋਂ ਸਰਕਾਰ ਖਤਮ ਹੋ ਗਈ ਤਾਂ ਬਿੱਲ ਵੀ ਉਹਨਾਂ ਦਾ ਖਤਮ ਹੋ ਜਾਊਗਾ। ਤਾਂ ਹੁਣ ਇਸ ਤੋਂ ਬਾਅਦ ਨਰਸਿਮਹਾ ਰਾਓ ਨੇ ਇਸ ਨੂੰ ਲਾਗੂ ਕੀਤਾ ਸੀ ਪੂਰੇ ਤਰੀਕੇ ਦੇ ਨਾਲ। 73ਵੀਂ ਸੋਧ ਕਿਹਨੇ ਲਾਗੂ ਕੀਤੀ ਸੀ? PV ਨਰਸਿਮਹਾ ਰਾਓ ਦੀ ਸਰਕਾਰ ਸੀਗੀ, ਉਸ ਟਾਈਮ ਲਾਗੂ ਕੀਤੀ ਗਈ ਸੀ। ਲੋਕਤੰਤਰੀ ਵਿਕੇਂਦਰੀਕਰਨ ਦੀ ਗੱਲ ਕਿਸ ਕਮੇਟੀ ਨੇ ਕੀਤੀ? ਤਾਂ ਦੇਖੋ ਦੋਸਤੋ ਉਹੀ ਆ ਗਿਆ ਬਲਵੰਤ ਰਾਏ ਮਹਿਤਾ ਕਮੇਟੀ ਹੈ ਜਿਹੜੀ, ਇਸ ਨੇ ਲੋਕਤੰਤਰੀ ਵਿਕੇਂਦਰੀਕਰਨ ਦੀ ਗੱਲ ਕੀਤੀ ਹੈ। ਇਸ ਨੇ ਡੈਮੋਕ੍ਰੇਸੀ ਡੀਸੈਂਟਰਲਾਈਜੇਸ਼ਨ ਦੀ ਗੱਲ ਕੀਤੀ ਸੀ। ਅਗਲਾ ਸਵਾਲ 73ਵੀਂ ਸੋਧ ਰਾਹੀਂ ਸੰਵਿਧਾਨ ਵਿੱਚ ਕਿਹੜਾ ਭਾਗ ਜੋੜਿਆ ਗਿਆ? ਭਾਗ 9 ਜੋੜਿਆ ਗਿਆ। ਤਾਂ ਦੇਖੋ ਜੀ ਜਿਹੜਾ ਸਾਡਾ ਭਾਗ 9 ਹੈਗਾ ਉਹ ਜੋੜਿਆ ਗਿਆ ਸੀਗਾ ਸੰਵਿਧਾਨ ਦੇ ਵਿੱਚ। ਤਾਂ ਦੇਖੋ ਕਿਹੜੇ ਕਿਹੜੇ ਆਰਟੀਕਲ ਜੋੜੇ ਗਏ? 243 ਤੋਂ ਲੈ ਕੇ ਆਰਟੀਕਲ 243 ਉਹ ਤੱਕ। ਕਿੰਨੇ ਆਰਟੀਕਲ ਬਣਦੇ ਨੇ? ਕੁੱਲ 16 ਆਰਟੀਕਲ ਬਣਦੇ ਨੇਗੇ। ਭਾਗ 9 ਜੋੜਿਆ ਗਿਆ। ਅਤੇ ਅਨੁਸੂਚੀ ਕਿਹੜੀ ਜੋੜੀ ਸੀਗੀ? 11ਵੀਂ ਅਨੁਸੂਚੀ ਜੋੜੀ ਗਈ ਸੀ ਸੰਵਿਧਾਨ ਦੇ ਵਿੱਚ। 11ਵੀਂ ਅਨੁਸੂਚੀ। ਕਿੰਨੇ ਵਿਸ਼ੇ ਦਿੱਤੇ ਗਏ ਨੇ ਪੰਚਾਇਤਾਂ ਨੂੰ? 29 ਵਿਸ਼ੇ ਜਿਹੜੇ ਦਿੱਤੇ ਗਏ ਨੇ। ਤਾਂ ਦੋਸਤੋ ਇਸ ਤੋਂ ਬਾਅਦ ਅਗਲਾ ਆਪਾਂ ਗੱਲ ਕਰਦੇ ਹਾਂ ਸਵਾਲ 11ਵੀਂ ਅਨੁਸੂਚੀ ਕਿਸ ਸੋਧ ਰਾਹੀਂ ਜੋੜੀ ਗਈ? 73ਵੀਂ ਸੋਧ ਰਾਹੀਂ। ਜਿਵੇਂ ਕਿ ਸਾਨੂੰ ਪਤਾ ਹੀ ਹੈ 73ਵੀਂ ਸੋਧ ਰਾਹੀਂ ਜੋੜੀ ਗਈ ਹੈ। 73ਵੀਂ ਸੋਧ 'ਚ ਸੋਧ ਰਾਹੀਂ ਕਿੰਨੇ ਅਨੁਛੇਦ ਜੋੜੇ ਗਏ? ਉਹੀ ਗੱਲ ਆ ਗਈ। ਤਾਂ ਦੇਖੋ ਜੀ 16 ਅਨੁਛੇਦ ਜੋੜੇ ਗਏ ਨੇਗੇ। ਜਿਹੜੇ ਜੋੜੇ ਗਏ ਨੇ ਸਾਡੇ 243 ਤੋਂ ਲੈ ਕੇ 243 ਉਹ ਤੱਕ। 243 ਤੋਂ ਲੈ ਕੇ 243 ਉਹ ਤੱਕ ਜਿਹੜੇ ਸਾਡੇ ਸੰਵਿਧਾਨ ਦੇ ਵਿੱਚ ਜੋੜੇ ਗਏ ਨੇ। 20 ਲੱਖ ਤੋਂ ਘੱਟ ਆਬਾਦੀ ਵਾਲੇ ਰਾਜਾਂ ਵਿੱਚ ਕਿੰਨੇ ਪੱਧਰੀ ਪੰਚਾਇਤ ਸਿਸਟਮ ਹੋ ਸਕਦਾ ਹੈ? ਤਾਂ ਦੇਖੋ ਜੀ ਇੱਥੇ ਇੱਕ ਵਿਸ਼ੇਸ਼ ਪ੍ਰਾਵਧਾਨ ਕੀਤਾ ਗਿਆ ਹੈਗਾ। ਤਾਂ ਜਿਹੜੀ ਬਲਵੰਤ ਰਾਏ ਮਹਿਤਾ ਕਮੇਟੀ ਸੀਗੀ ਸਾਡੀ, ਬਲਵੰਤ ਰਾਏ ਮਹਿਤਾ ਕਮੇਟੀ, ਤਾਂ ਇਹਨੇ 3 ਪੱਧਰੀ ਦੀ ਗੱਲ ਕੀਤੀ ਸੀਗੀ। ਪਰ ਜੇਕਰ ਸਾਡੀ ਜਿਹੜੀ ਜਨਸੰਖਿਆ 20 ਲੱਖ ਤੋਂ ਘੱਟ ਹੈ, ਮੰਨ ਲਓ ਕਿਸੇ ਵੀ ਰਾਜ ਦੀ ਕਿਸੇ ਸਟੇਟ ਦੀ ਜਨਸੰਖਿਆ 20 ਲੱਖ ਤੋਂ ਘੱਟ ਹੈ ਤਾਂ ਉਹਨੂੰ ਸੁਤੰਤਰਤਾ ਹੈ ਵੀ ਉਹ 2 ਪੱਧਰੀ ਜਿਹੜੀ ਸਾਡੀ ਪੰਚਾਇਤੀ ਸਿਸਟਮ ਹੈ ਰੱਖ ਸਕਦੀ ਹੈ। ਜਿਹੜਾ ਸਾਡਾ ਬਲਾਕ ਸਿਸਟਮ ਹੈ ਉਹਨੂੰ ਕੱਟ ਸਕਦੀ ਹੈ। ਜਿਹੜਾ ਬਲਾਕ ਸਿਸਟਮ ਹੈ ਉਸ ਨੂੰ ਕੱਟ ਕੇ ਜ਼ਿਲ੍ਹਾ ਪੱਧਰ 'ਤੇ ਅਤੇ ਜਿਹੜਾ ਪੇਂਡੂ ਪੱਧਰ 'ਤੇ ਯਾਨੀ ਕਿ ਪੰਚਾਇਤ ਪੱਧਰ 'ਤੇ 2 ਪੱਧਰੀ ਜਿਹੜਾ ਸਿਸਟਮ ਹੈ ਰੱਖ ਸਕਦੀ ਹੈ। ਅਗਲਾ ਸਵਾਲ ਪੰਚਾਇਤ ਦੀ ਬਣਤਰ ਸੰਬੰਧੀ ਵਿਵਸਥਾ ਕਿਸ ਆਰਟੀਕਲ ਵਿੱਚ ਕੀਤੀ ਗਈ ਹੈ? ਵੀ ਜਿਹੜੀ ਸਾਡੀ ਪੰਚਾਇਤ ਹੈ ਕਿਸ ਤਰੀਕੇ ਦੀ ਹੋਵੇਗੀ? ਤਾਂ ਇਹ ਕੀਤੀ ਗਈ ਹੈਗੀ ਆਰਟੀਕਲ 243C 'ਚ। 243C ਦੇ ਵਿੱਚ ਕੀਤੀ ਗਈ ਹੈ। ਅਗਲਾ ਸਵਾਲ
ਪੰਚਾਇਤ ਦੀ ਬਣਤਰ ਦੀ ਵਿਵਸਥਾ ਕੌਣ ਕਰਦਾ ਹੈ? ਤਾਂ ਦੇਖੋ ਜਿਹੜੀ ਸਾਡੀ ਪੰਚਾਇਤ ਦੀ ਬਣਤਰ ਹੈ ਕਿਸ ਤਰੀਕੇ ਦੀ ਹੋਵੇਗੀ, ਇਹਦੀ ਵਿਵਸਥਾ ਕੌਣ ਕਰਦਾ ਹੈਗਾ? ਰਾਜ ਵਿਧਾਨ ਮੰਡਲ, ਯਾਨੀ ਕਿ ਜਿਹੜੀ ਸਟੇਟ ਸਾਡੀ ਗਵਰਨਮੈਂਟ ਹੈ ਉਸ ਤੈਅ ਕਰਦੀ ਹੈ ਵੀ ਜਿਹੜੀ ਸਾਡੀ ਪੰਚਾਇਤ ਹੈ ਉਹਦੀ ਬਣਤਰ ਕਿਸ ਤਰੀਕੇ ਦੀ ਹੋਵੇਗੀ। ਇਸ ਤੋਂ ਬਾਅਦ ਮੋਸਟ ਇੰਪੋਰਟੈਂਟ ਹੈ, ਦੇਖੋ ਜੀ ਇਸ ਨੂੰ ਸਟਾਰ ਲਾ ਲਿਓ ਕਿਉਂਕਿ ਪੇਪਰ ਦੇ ਵਿੱਚ ਪੁੱਛਣ ਦੇ ਜਿਹੜੇ ਪੂਰੇ ਚਾਂਸ ਬਣਦੇ ਨੇ। ਪੰਜਾਬ ਲੈਵਲ ਦਾ ਪੇਪਰ ਹੈਗਾ, ਪੰਜਾਬ ਦੇ ਵਿੱਚ ਪੁੱਛਣ ਦੇ ਪੂਰੇ ਚਾਂਸ ਬਣਦੇ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਪੰਚਾਇਤੀ ਰਾਜ ਐਕਟ ਹੈ ਉਹ ਕਦੋਂ ਲਾਗੂ ਹੋਇਆ। ਤਾਂ ਦੇਖੋ ਜੀ ਪੰਜਾਬ ਦੇ ਵਿੱਚ ਜਿਹੜਾ ਇਹ ਪੰਚਾਇਤੀ ਰਾਜ ਐਕਟ ਹੈ ਜਿਹੜਾ ਲਾਗੂ ਕਦੋਂ ਹੋਇਆ? ਦੇਖੋ ਜੀ ਜਿਹੜਾ ਪਾਸ ਕਰਤਾ ਬਿੱਲ, ਯਾਨੀ ਕਿ ਜਿਹੜਾ ਪਾਸ ਕਰ ਦਿੱਤਾ ਗਿਆ ਬਿੱਲ, ਉਹ ਪਾਸ ਕੀਤਾ ਗਿਆ ਸੀ 24 ਅਪ੍ਰੈਲ 1993 ਨੂੰ ਲਾਗੂ ਕਰ ਦਿੱਤਾ ਗਿਆ ਸੋਧ ਬਿੱਲ ਨੂੰ। ਪਰ ਪੰਜਾਬ ਦੇ ਵਿੱਚ ਕਦੋਂ ਲਾਗੂ ਹੋਇਆ? ਯਾਨੀ ਕਿ ਉਹਨੂੰ ਪਾਸ ਹੋਇਆ 24 ਅਪ੍ਰੈਲ 1993 ਨੂੰ ਇੱਕ ਤਰੀਕੇ ਨਾਲ, ਪਰ ਪੰਜਾਬ ਦੇ ਵਿੱਚ ਇਹ ਕਦੋਂ ਲਾਗੂ ਕੀਤਾ ਗਿਆ ਪੂਰੀ ਤਰ੍ਹਾਂ? 21 ਅਪ੍ਰੈਲ 1994 ਨੂੰ। 21 ਅਪ੍ਰੈਲ 1994 ਨੂੰ ਇਹ ਪੰਜਾਬ ਦੇ ਵਿੱਚ ਲਾਗੂ ਕੀਤਾ ਗਿਆ। ਜਿਹੜਾ ਪੰਜਾਬ ਦਾ ਪੰਚਾਇਤੀ ਰਾਜ ਐਕਟ ਹੈ ਉਹ ਹੈ 1994 ਦੇ ਨਾਂ ਨਾਲ ਜਾਣਿਆ ਜਾਂਦਾ ਹੈਗਾ। ਅਗਲਾ ਸਵਾਲ, ਗ੍ਰਾਮ ਸਭਾ ਦਾ ਸਭਾਪਤੀ ਕੌਣ ਹੁੰਦਾ? ਸਾਡਾ ਸਰਪੰਚ। ਦੇਖੋ ਜੀ ਜਿਹੜੀ ਸਾਡੀ ਗ੍ਰਾਮ ਸਭਾ ਹੈ, ਗ੍ਰਾਮ ਸਭਾ ਦੇ ਵਿੱਚ ਜਿੰਨੇ ਵੀ ਵੋਟਰ ਨੇ, ਜਿਹੜੇ ਸਾਡੀ ਗ੍ਰਾਮ ਸਭਾ ਹੁੰਦੀ ਹੈ ਉਸ ਦੇ ਵਿੱਚ ਜਿੰਨੇ ਵੀ ਸਾਡੇ ਵੋਟਰ ਹੁੰਦੇ ਨੇ ਉਹ ਉਸ ਦੇ ਮੈਂਬਰ ਹੁੰਦੇ ਨੇ। ਅਤੇ ਇਹਦੀ ਜਿਹੜੀ ਅਧਿਅਕਸ਼ਤਾ, ਯਾਨੀ ਕਿ ਇਹਦਾ ਜਿਹੜਾ ਸਭਾਪਤੀ ਹੁੰਦਾ ਹੈਗਾ, ਜਿਹੜਾ ਇਸ ਗ੍ਰਾਮ ਸਭਾ ਨੂੰ ਚਲਾਉਂਦਾ ਹੈਗਾ, ਉਹ ਕੌਣ ਹੁੰਦਾ ਹੈਗਾ? ਸਰਪੰਚ ਹੁੰਦਾ ਹੈਗਾ। ਤਾਂ ਦੇਖੋ ਜੀ ਇਹ ਜੇ ਸਰਪੰਚ ਹੈ ਜਿਹੜਾ ਇਸ ਨੂੰ ਹਟਾਉਣਾ ਹੈਗਾ ਤਾਂ ਕੌਣ ਹਟਾਊਗੀ? ਇਹੀ ਗ੍ਰਾਮ ਸਭਾ ਹੈ ਜਿਹੜੀ ਇਸ ਸਰਪੰਚ ਨੂੰ ਹਟਾ ਸਕਦੀ ਹੈ। ਤਾਂ ਦੇਖੋ ਜੀ ਹਟਾਉਣ ਦੀ ਵਿਧੀ ਕੀ ਹੈ ਉਹ ਅੱਗੇ ਆਪਾਂ ਗੱਲ ਕਰਾਂਗੇ, ਪਰ ਕੋਈ ਗੱਲ ਨਹੀਂ। ਤਾਂ ਦੇਖੋ ਜੀ ਸਰਪੰਚ ਨੂੰ ਹਟਾਉਣ ਦਾ ਇੱਕੋ ਇੱਕ ਵਿਧੀ ਹੈ, ਉਹ ਕੀ ਹੈ ਵੀ ਜਿਹੜੀ ਗ੍ਰਾਮ ਸਭਾ ਬੁਲਾਈ ਜਾਊਗੀ, ਜਿੰਨੇ ਮੈਂਬਰ ਹਾਜ਼ਰ ਨੇ ਉਹ ਵੋਟ ਦੇਣਗੇ ਅਤੇ ਬਹੁਮਤ ਦੇ ਨਾਲ BDPO ਜਿਹੜਾ ਉਸ ਨੂੰ ਦੇਖੂਗਾ। BDPO ਕੀ ਹੁੰਦਾ ਹੈਗਾ? ਵਿਲੇਜ ਡਿਵੈਲਪਮੈਂਟ ਪੰਚਾਇਤ ਆਫਿਸਰ। ਦੇਖੋ ਜੀ BDPO ਹੁੰਦਾ ਜਿਹੜਾ ਪੰਚਾਇਤ ਆਫਿਸਰ ਹੁੰਦਾ ਹੈਗਾ, ਵਿਲੇਜ ਡਿਵੈਲਪਮੈਂਟ VDPO ਵਿਲੇਜ ਡਿਵੈਲਪਮੈਂਟ ਪੰਚਾਇਤ ਆਫਿਸਰ ਹੁੰਦਾ ਹੈਗਾ ਜਿਹੜਾ। ਦੇਖੋ ਜੀ ਇਸ ਦਾ ਕੰਮ ਹੁੰਦਾ ਹੈਗਾ ਇਸ ਨੂੰ ਹਟਾਉਣਾ ਜਾਂ ਰੱਖਣਾ। ਯਾਨੀ ਕਿ ਵੈਸੇ ਤਾਂ ਦੇਖੋ ਇਹ ਜਿਹੜਾ ਸਿਸਟਮ ਹੈਗਾ ਇਸ ਨੂੰ ਮੰਨ ਲਓ ਅਵਿਸ਼ਵਾਸ ਦਾ ਜਿਹੜਾ ਮਤਾ ਹੁੰਦਾ ਇੱਕ ਤਰੀਕੇ ਨਾਲ ਪਾਸ ਕੀਤਾ ਜਾਂਦਾ ਹੈਗਾ। ਚਲੋ ਵੱਖਰਾ ਪ੍ਰੋਸੀਜਰ ਹੈ। ਤਾਂ ਆਪਾਂ ਗੱਲ ਕਰ ਰਹੇ ਹਾਂ, ਤਾਂ ਦੇਖੋ ਜੀ ਆਪਾਂ ਗੱਲ ਕਰ ਰਹੇ ਹਾਂ ਵੀ ਜਿਹੜੇ ਗ੍ਰਾਮ ਸਭਾ ਹੈਗੀ ਉਸ ਦਾ ਸਭਾਪਤੀ ਕੌਣ ਹੁੰਦਾ ਹੈਗਾ? ਤਾਂ ਹੁੰਦਾ ਜੀ ਸਾਡਾ ਸਰਪੰਚ। ਅਗਲਾ ਸਵਾਲ ਹੈ ਸਾਡਾ, ਗ੍ਰਾਮ ਸਭਾ ਦਾ ਕੋਰਮ ਕਿੰਨਾ ਹੁੰਦਾ ਹੈ? ਦੇਖੋ ਜੀ ਜੇ ਗ੍ਰਾਮ ਸਭਾ ਬੁਲਾਉਣੀ ਹੈ ਤਾਂ ਕੋਰਮ ਕਿੰਨਾ ਹੋਵੇਗਾ? 1/5, ਯਾਨੀ ਕਿ 1/5 ਹੋਵੇਗਾ ਇਸ ਦਾ ਕੋਰਮ। ਅਗਲਾ ਸਵਾਲ, ਗ੍ਰਾਮ ਸਭਾ ਦੇ ਮੈਂਬਰ ਕਿੰਨਾਂ ਨੂੰ ਮੰਨਿਆ ਜਾਂਦਾ ਹੈ? ਯਾਨੀ ਕਿ ਗ੍ਰਾਮ ਸਭਾ ਦੇ ਜਿਹੜੇ ਮੈਂਬਰ ਹੈ ਉਹ ਕੌਣ ਹੁੰਦੇ ਨੇ? ਯਾਨੀ ਕਿ ਗ੍ਰਾਮ ਸਭਾ ਦੇ ਮੈਂਬਰ ਹੁੰਦੇ ਨੇ ਜਿਹੜੇ ਵੋਟਰ, ਜਿਹੜੇ ਵੋਟ ਪਾਉਂਦੇ ਨੇ, ਜਿਨ੍ਹਾਂ ਦੀ ਵੋਟ ਬਣੀ ਹੈ ਉਹ ਸਾਰੇ ਗ੍ਰਾਮ ਸਭਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਤਾਂ ਦੇਖੋ ਜੀ ਹੁਣ ਸਾਡੇ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਹੈ ਵਾਰਡ ਬੰਦੀ ਹੈ, ਯਾਨੀ ਕਿ ਵਾਰਡ ਵੰਡੇ ਹੋਏ ਨੇ। ਜਿਵੇਂ ਮੰਨ ਲਓ ਜਨਸੰਖਿਆ ਦੇ ਆਧਾਰ 'ਤੇ ਵਾਰਡ ਵੰਡੇ ਹੋਏ ਨੇ। ਜਿਵੇਂ ਕਿ ਦੇਖਿਆ ਜਾਵੇ ਜਿਹੜੇ ਪੰਜਾਬ ਦੇ ਵਿੱਚ ਜਨਸੰਖਿਆ ਉਸਦੇ ਹਿਸਾਬ ਦੇ ਨਾਲ ਵਾਰਡ ਵੰਡੇ ਹੋਏ ਨੇ। ਜਿਵੇਂ ਮੰਨ ਲਓ 200 ਤੋਂ 1000 ਤੱਕ ਬੰਦਾ ਹੈਗਾ ਤਾਂ 5 ਵਾਰਡ ਬਣਨਗੇ, ਠੀਕ ਹੈ ਨਾ। ਇੱਕ ਤਰੀਕੇ ਨਾਲ ਉਸ ਤਰੀਕੇ ਨਾਲ ਜਿਵੇਂ ਵਾਰਡ ਹੈ ਸਾਡੇ ਉਹ ਵੰਡੇ ਗਏ ਨੇ। ਅਤੇ ਜਿਹੜੀ ਇਹ ਵਾਰਡ ਬੰਦੀ ਹੈ, ਯਾਨੀ ਕਿ ਵਾਰਡ ਵੰਡੇ ਗਏ ਕਦੋਂ? ਇਹ ਜਿਹੜੀ ਕਿ ਸੋਧ ਕੀਤੀ ਗਈ 2012 ਦੇ ਵਿੱਚ, ਇਹ ਜਿਹੜੀ ਸੋਧ ਕੀਤੀ ਗਈ ਸੀ ਇਹ 2012 ਦੇ ਵਿੱਚ ਇਹ ਜਿਹੜੇ ਵਾਰਡ ਹੈ ਉਹ ਬਣੇ ਸੀ। ਅਗਲਾ ਸਵਾਲ, ਗ੍ਰਾਮ ਪੰਚਾਇਤਾਂ ਮੈਂਬਰ ਬਣਨ ਦੇ ਲਈ ਕਿੰਨੀ ਉਮਰ ਹੋਣੀ ਚਾਹੀਦੀ ਹੈ? ਯਾਨੀ ਕਿ ਜੇ ਆਪਾਂ ਗ੍ਰਾਮ ਪੰਚਾਇਤ ਦਾ ਮੈਂਬਰ ਬਣਨਾ, ਤੁਸੀਂ ਸਰਪੰਚ ਬਣਨਾ, ਕਿੰਨੀ ਉਮਰ ਚਾਹੀਦੀ? ਤੁਹਾਡੀ 21 ਸਾਲ ਤੁਹਾਡੀ ਉਮਰ ਹੋਣੀ ਚਾਹੀਦੀ ਹੈ। 21 ਸਾਲ ਤੁਹਾਡੀ ਉਮਰ ਹੈ, ਤੁਸੀਂ ਪੰਚਾਇਤ ਦੀ ਚੋਣ ਲੜ ਸਕਦੇ ਹੋ। ਅਗਲਾ ਸਵਾਲ, ਪੰਜਾਬ ਵਿਧਾਨ ਸਭਾ ਦੇ ਕਿਸ ਬਿੱਲ ਰਾਹੀਂ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਔਰਤਾਂ ਦੀ ਗਿਣਤੀ 50% ਰਾਖਵੀਂ ਕੀਤੀ ਗਈ? ਤਾਂ ਦੇਖੋ ਜੀ ਅੱਜ ਪੰਜਾਬ ਦੇ ਵਿੱਚ ਕੀ ਹੈ, ਜਿਹੜੀ ਸਾਡੀ ਪੰਚਾਇਤਾਂ ਨੇ ਉਹਦੇ ਵਿੱਚ ਔਰਤਾਂ ਦੀ ਗਿਣਤੀ 50% ਕੀਤੀ ਗਈ ਹੈ। ਕਿਹੜੇ ਐਕਟ ਦੇ ਰਾਹੀਂ ਕੀਤੀ ਗਈ? 2017 ਦੇ ਰਾਹੀਂ। ਇਸ ਤੋਂ ਬਾਅਦ ਜਿਹੜੀਆਂ ਹੁਣ ਔਰਤਾਂ ਨੇ ਉਹਨਾਂ ਦੇ ਵਿੱਚ 50% ਦੀ ਰਾਖਵੀਆਂ ਰੱਖੀਆਂ ਗਈਆਂ ਨੇ ਔਰਤਾਂ ਦੀ ਗਿਣਤੀ। ਪਰ ਜਿਹੜੀਆਂ SC ਕੈਟੇਗਰੀ ਦੀਆਂ ਔਰਤਾਂ ਨੇ ਉਹਨਾਂ ਨੂੰ ਵੀ ਰਿਜ਼ਰਵੇਸ਼ਨ ਖਾਸ ਤੌਰ 'ਤੇ ਦਿੱਤਾ ਗਿਆ ਹੈਗਾ ਵੀ ਜੇ ਮੰਨ ਲਓ ਹੁਣ ਔਰਤਾਂ ਨੇ, ਜਿਵੇਂ ਮੰਨ ਕੇ ਚੱਲੋ 8 ਮੈਂਬਰ ਬਣਦੇ ਨੇ, ਆਪਾਂ ਮੋਟੀ ਜਿਹੀ ਗੱਲ ਕਰੀਏ 8 ਮੈਂਬਰ ਬਣਦੇ ਨੇ। ਜੇਕਰ 4 ਮੈਂਬਰ ਨੇ, ਦੇਖੋ 8 ਮੈਂਬਰ ਦੇ ਵਿੱਚੋਂ ਮੰਨ ਕੇ 8 ਮੈਂਬਰ ਬਣਦੇ ਨੇ, 8 ਦੇ ਵਿੱਚੋਂ 4 ਔਰਤਾਂ ਆ ਗਈਆਂ। ਇਹਨਾਂ 4 ਔਰਤਾਂ ਦੇ ਵਿੱਚੋਂ ਵੀ ਜਿਹੜੀਆਂ 3 ਔਰਤਾਂ ਹੋਣਗੀਆਂ ਉਹ ਹੋਣਗੀਆਂ ਸਾਡੀਆਂ SC ST ਕੈਟਾਗਰੀ ਦੀਆਂ। SC ST ਕੈਟਾਗਰੀ ਦੀਆਂ 4 ਔਰਤਾਂ ਰੱਖੀਆਂ ਜਾਣਗੀਆਂ, ਜਾਣੀ ਕਿ 1/3 ਕੀਤੀ ਗਈ ਹੈ। ਅਗਲਾ ਸਵਾਲ, ਕਿਸੇ ਵੀ ਗ੍ਰਾਮ ਸਭਾ ਦੇ ਖੇਤਰ ਵਿੱਚ ਪਛੜੀਆਂ ਸ਼੍ਰੇਣੀਆਂ ਦੀਆਂ ਜਾਤੀਆਂ ਲਈ ਕਿੰਨੀ ਜਨਸੰਖਿਆ ਹੋਣ 'ਤੇ 1 ਸੀਟ ਰੱਖੀ ਜਾਂਦੀ ਹੈ?
ਯਾਨੀ ਕਿ ਜੇਕਰ ਕਿਸੇ ਵੀ ਪਿੰਡ ਦੇ ਵਿੱਚ 20% ਤੋਂ ਵੱਧ ਜਿਹੜੇ ਸਾਡੇ BC ਲੋਕ ਰਹਿੰਦੇ ਨੇ ਤਾਂ ਇੱਕ ਸੀਟ ਹੈ ਜਿਹੜੀ ਰਿਜ਼ਰਵ ਕਰ ਦਿੱਤੀ ਜਾਂਦੀ ਹੈ BC ਕੈਟਾਗਰੀ ਦੇ ਲਈ। 2012 ਵਿੱਚ ਪੰਜਾਬ ਵਿਧਾਨ ਸਭਾ ਦੁਆਰਾ ਪਾਸ ਕੀਤੇ ਗਏ ਕਾਨੂੰਨ ਅਧੀਨ ਗ੍ਰਾਮ ਸਭਾ ਦੇ ਮੈਂਬਰਾਂ ਦੁਆਰਾ ਸਰਪੰਚ ਦੀ ਚੋਣ ਕਿਵੇਂ ਹੁੰਦੀ ਹੈ? ਤਾਂ ਦੇਖੋ ਜੀ, ਹੁਣ ਜਿਹੜੇ ਆਪਾਂ ਇੱਕ ਇੱਥੇ ਪੜ੍ਹ ਕੇ ਆਏ ਹਾਂ, ਦੇਖੋ ਆਪਾਂ ਵਾਰਡਬੰਦੀ ਦੀ ਗੱਲ ਕੀਤੀ ਹੈ, ਹੈ ਨਾ। ਵਾਰਡਬੰਦੀ ਜਿਹੜੀ ਆਪਾਂ ਗੱਲ ਕੀਤੀ ਹੈ 2017 ਦੇ ਵਿੱਚ ਹੋਈ ਹੈ। ਕਿੰਨੇ ਦੇ ਵਿੱਚ ਹੋਈ ਹੈ ਵਾਰਡਬੰਦੀ? ਆਪਾਂ ਗੱਲ ਕੀਤੀ 2012 ਦੇ ਵਿੱਚ ਹੋਈ ਹੈ। ਤਾਂ ਹੁਣ ਜਦੋਂ ਵਾਰਡਬੰਦੀ ਕਰਤੀ ਤਾਂ ਇਹਦੇ ਵਿੱਚ ਕੀ ਹੈ, ਵਾਰਡ ਹੁਣ ਜਿਹੜਾ ਸਰਪੰਚ ਹੈ ਉਹ ਕਿਵੇਂ ਚੁਣਿਆ ਜਾਂਦਾ? ਸਰਪੰਚ ਦੇਖੋ ਦੋਸਤੋ, ਸਿੱਧਾ ਚੁਣਿਆ ਜਾਂਦਾ। ਜਿਹੜੇ ਸਾਡੇ ਵੋਟਰ ਨੇ 2 ਬੰਦੇ ਜਾਂ 4 ਬੰਦੇ ਸਰਪੰਚ ਦੀ ਚੋਣ ਸਿੱਧੀ ਲੜਦੇ ਨੇ। ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਵੋਟ ਪਾਉਂਦੇ, ਜਿਹੜਾ ਵੱਧ ਵੋਟਾਂ ਲੈ ਜਾਂਦਾ ਹੈਗਾ ਉਹ ਸਰਪੰਚ ਬਣ ਜਾਂਦਾ ਹੈਗਾ। ਤਾਂ ਪੰਚਾਇਤ ਅਫਸਰ ਕੌਣ ਹੁੰਦਾ ਹੈਗਾ? BDPO ਹੁੰਦਾ ਹੈਗਾ। BDPO ਦੇਖੋ ਥੋੜੀ ਮਿਸਪ੍ਰਿੰਟਿੰਗ ਹੈ, VDPO ਇੱਥੇ ਵੀ ਕਰ ਲਿਓ। VDPO ਯਾਨੀ ਕਿ ਵਿਲੇਜ ਡਿਵੈਲਪਮੈਂਟ ਪੰਚਾਇਤ ਆਫਿਸਰ ਸਾਡਾ ਹੁੰਦਾ ਹੈਗਾ, ਜਿਹੜਾ ਸਾਡਾ ਪੰਚਾਇਤ ਅਫਸਰ ਹੁੰਦਾ ਹੈਗਾ। ਤਾਂ ਇਹ ਸਾਡੇ ਇੰਪੋਰਟੈਂਟ ਪ੍ਰਸ਼ਨ ਸੀ। ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਵੇਗੀ। ਚੰਗੀ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ। ਹੋਰ ਵੀ ਤੁਹਾਨੂੰ ਵੀਡੀਓ ਮਿਲਣਗੀਆਂ।